परम सत्कारयोग सतगुरां दी साजी और नवाजी हुई साध संगत जीओ, आप माई भाई धनता दे योग हो। जिन्हां नूं सतगुरु जी दे चरनां दे विच बैठण दे सुभाग समय प्राप्त होए। गुरबाणी तुरकी बाणी आई तिन सगली चिंत मिटाई जी दे महावाक अनुसार आप माई भाई गुरबाणी सरवण करते आ रहे सी। आओ माता गुजर कौर दे अखियां दे तारे गुरु तेग बहादुर महाराजियां दे पुत्र पुत्रां दे दानी नीले दे साह सवार आनंदपुर दे वासी पटने दे माही धन धन साहिब श्री गुरु गोबिंद सिंह महाराजियां दे जीवन इतिहास की कथा चलती आ रही है। तो गुरमुख प्यारिओ, कल जो इतिहास श्रवण कर रहे सी, महाराज जी पवित्र चरण की सोह प्राप्त करके पानी तत्काल ही हेठा अपने असल ठिकाने ते चलिया गया सी। एक कौतक वेख के सारे साथी बड़े प्रसन्न होए ते गुरु जी पूर्ण पुरख जान के सबना ने नमस्कार कीती। तो गुरमुख प्यारे सतगुरु महाराज जी ने कल एक बीबी नूं वर दिता, निक्की जी उमरा वर देखो दिता। कहंदे इस दे घर 5 पुत्र होवणगे। आप जी दे ये बात सुन के सब इस्त्रियां ने नाना प्रकार दीयां भेटावां लियाईयां सन। भेटा लैके सतगुरु जी नमस्कार की। कहते गुरु दे कोल साधु संतां दे कोल जाइए तो खाली हथ नहीं जाइंदा, कुछ ना कुछ सरदा रूपी भेटा लैके जाइंदा है। हुण इस्त्रियां भेटा लैके आईयां तां गुरमुख प्यारिओ वो भेंट करके धन धन गुरु धन बालक गुरु कहंदियां प्रसन्न चित घरां नूं चलियां गईयां। इस तरह जो भी इस्त्री पुरुष गोबिंद राय जी दे पास सरदा धर के आउंदा, आप जी उसकी मनोकामना पूरी कर देंगे। जिहो जी भी किसी की मन की इच्छा हुंदी सी, मन की भावना हुंदी सी, ओही जी सतगुरु अंतरजामी सतगुरु जी कलंगीधर पातशाह गुरु गोबिंद सिंह महाराज जी निक्की उम्र दे विच बालक रूप दे विच पूरी कर देंदे सी। आखो सतनाम। अगे इतिहास शुरू हुंदा नवाब नूं खजियाउणा, जिवें निक्के निक्के बच्चे खजियाउंदे ने। कहंदे होर बालकां नाल मिल के आप जी कई प्रकार दीयां खेडां खेडदे, अपने सिर ते कलंगी लाउंदे, हत्थां विच तीर कमान रखदे,
ਅਤੇ ਕਮਰ ਕਸਾ ਕਰਕੇ ਫੌਜੀ ਜਰਨੈਲ ਬਣ ਕੇ ਹੋਰਾਂ ਬਾਲਕਾਂ ਨੂੰ ਸਿਪਾਹੀ ਬਣਾ ਲੈਂਦੇ। ਉਹਨਾਂ ਦੀਆਂ ਟੋਲੀਆਂ ਨੂੰ ਆਮੋ ਸਾਹਮਣੇ ਖੜੀਆਂ ਕਰਕੇ ਝੂਠੀਆਂ ਲੜਾਈਆਂ ਲੜਦੇ ਅਤੇ ਇਹ ਸਭ ਕੁਝ ਇਉਂ ਜਾਪਦਾ ਕਿ ਆਪ ਯੁੱਧ ਦੇ ਰਣ ਖੇਤਰ ਦਾ ਅਭਿਆਸ ਕਰਦੇ ਹੋਣ। ਇੱਕ ਦਿਨ ਦੀ ਵਾਰਤਾ ਹੈ ਕਿ ਆਪ ਜੀ ਇਸ ਢੰਗ ਨਾਲ ਬਾਲਕਾਂ ਨਾਲ ਖੇਡ ਰਹੇ ਸਨ ਕਿ ਸ਼ਹਿਰ ਦਾ ਹਾਕਮ ਹਾਥੀ ਉੱਤੇ ਚੜ੍ਹ ਕੇ ਉੱਥੋਂ ਦੀ ਲੰਘ ਰਿਹਾ ਸੀ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿੱਕੀ ਉਮਰ ਦੇ ਵਿੱਚ ਬਾਲਕਾਂ ਦੇ ਨਾਲ ਸਾਥੀਆਂ ਨਾਲ ਖੇਡ ਰਹੇ ਨੇ ਤੇ ਜਿਹੜਾ ਉਹ ਨਵਾਬ ਸੀ ਉਹ ਹਾਥੀ ਤੇ ਚੜ੍ਹ ਕੇ ਉੱਥੋਂ ਦੀ ਲੰਘ ਰਿਹਾ ਸੀ। ਉਹਦੇ ਅੱਗੇ ਨਕੀਬ ਆਵਾਜ਼ਾਂ ਦਿੰਦਾ ਜਾ ਰਿਹਾ ਸੀ, ਅੱਗੇ ਆਵਾਜ਼ਾਂ ਦਿੰਦੇ ਜਾ ਰਹੇ ਸੀ ਕਿ ਨਵਾਬ ਸਾਹਿਬ ਦੀ ਸਵਾਰੀ ਆ ਰਹੀ ਆ। ਖੜੇ ਹੋ ਕੇ ਹੱਥ ਜੋੜ ਕੇ ਸਭ ਨੇ ਸਲਾਮ ਕਰਨਾ, ਪਰ ਇਸ ਗੁਰੂ ਜੀ ਨੇ ਮੁੰਡਿਆਂ ਨੂੰ ਆਖਿਆ, ਕਹਿੰਦੇ ਤੁਸੀਂ ਸਾਰਿਆਂ ਨੇ ਜਦ ਨਵਾਬ ਆਵੇ ਉਸ ਨੂੰ ਮੂੰਹ ਚੜਾਣਾ ਤੇ ਦੰਦੀਆਂ ਵਿਖਾਉਣੀਆਂ। ਸੋ ਜਦੋਂ ਨਵਾਬ ਇਹਨਾਂ ਦੇ ਕੋਲੋਂ ਲੰਘਣ ਲੱਗਾ ਤਾਂ ਆਪਣੇ ਜਰਨੈਲ ਦੇ ਹੁਕਮ ਅਨੁਸਾਰ ਇਹਨਾਂ ਮੁੰਡਿਆਂ ਨੇ ਸਾਰਿਆਂ ਨੇ ਨਵਾਬ ਨੂੰ ਮੂੰਹ ਚੜਾਇਆ ਤੇ ਦੰਦੀਆਂ ਵਿਖਾਈਆਂ। ਹੱਸਣ ਲੱਗੇ ਵੇਖ ਕੇ। ਬਾਲਕਾਂ ਦੇ ਇਸ ਕਰਤੱਵ ਵਿੱਚ ਭਾਵੇਂ ਵੱਡਿਆਂ ਦੇ ਸਤਿਕਾਰ ਦੀ ਉਲੰਘਣਾ ਸੀ, ਪਰ ਵੇਖਣਾ ਇਹ ਹੈ ਕਿ ਬਾਲਕਪਣੇ ਤੋਂ ਹੀ ਆਪ ਜੀ ਕਿਤਨੇ ਨਿਰਭੈ ਸਨ। ਛੋਟੇ ਹੁੰਦੇ ਹੀ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਿਸੇ ਤੋਂ ਡਰਦੇ ਨਹੀਂ ਸੀ, ਨਿਰਭੈ ਸੀ। ਨਵਾਬ ਇਹਨਾਂ ਨੂੰ ਖੜ ਕੇ ਤਾਂ ਗੁਰਮੁਖ ਪਿਆਰਿਓ ਮੁੰਡੇ ਸਮਝ ਕੇ ਸਧਾਰਨ ਹੀ ਅੱਗੇ ਲੰਘ ਗਏ। ਨਵਾਬ ਇਹਨਾਂ ਨੂੰ ਅੱਖੜ ਮੁੰਡੇ ਸਮਝ ਕੇ ਸਧਾਰਨ ਅੱਗੇ ਹੀ ਲੰਘ ਗਏ। ਤਾਂ ਗੁਰਮੁਖ ਪਿਆਰਿਓ ਅੱਗੇ ਗਲੇਲਾ ਚਲਾਉਣਾ, ਅੱਗੇ ਇਤਿਹਾਸ ਸ਼ੁਰੂ ਆ ਗਲੇਲਾ ਚਲਾਉਣਾ। ਇੱਕ ਦਿਨ ਇੱਕ ਸਾਥੀ ਮੁੰਡਾ ਆਪ ਜੀ ਵਾਸਤੇ ਇੱਕ ਗਲੇਲਾ ਕਮਾਨ ਲੈ ਕੇ ਆਇਆ। ਗੁਲੇਲ ਲੈ ਕੇ ਆਪ ਜੀ ਬੜੇ ਪ੍ਰਸੰਨ ਹੋਏ ਅਤੇ ਗੁਲੇਲਾ ਚਲਾਉਣ ਦਾ ਅਭਿਆਸ ਕਰਨ ਵਾਸਤੇ ਆਪ ਜੀ ਨੇ ਮਿੱਟੀ ਤੇ ਪਾਣੀ ਮੰਗਵਾ ਕੇ ਸਭ ਮੁੰਡਿਆਂ ਨੂੰ ਗਲੇਲੇ ਵੱਟਣ ਤੇ ਲਾ ਦਿੱਤਾ। ਜਦ ਬਹੁਤ ਸਾਰੇ ਗੁਲੇਲੇ ਵੱਟ ਕੇ ਤਿਆਰ ਹੋ ਗਏ ਤੇ ਫਿਰ ਆਪ ਜੀ ਨੇ ਗੁਲੇਲਾ ਵੀ ਬਹੁਤ ਵਡਵਾਈਆਂ। ਇਸ ਤਰ੍ਹਾਂ ਗੁਲੇਲੇ ਤਿਆਰ ਕਰਕੇ ਆਪ ਜੀ ਮੁੰਡਿਆਂ ਨਾਲ ਰਲ ਕੇ ਰੋਜ਼ ਅਭਿਆਸ ਕਰਦੇ ਨਿਸ਼ਾਨਾ ਲਾਉਣ ਦਾ। ਤਾਂ ਗੁਰਮੁਖ ਪਿਆਰਿਓ ਗਲੇਲਾ ਚਲਾ ਕੇ ਬੜੇ ਖੁਸ਼ ਹੁੰਦੇ। ਇਸ ਤਰ੍ਹਾਂ ਛੋਟੇ ਛੋਟੇ ਆਪਣੇ ਮੇਜ਼ ਤੇ ਸਾਸਤਰ ਬਣਾ ਕੇ ਆਪ ਜੀ ਉਹਨਾਂ ਨਾਲ ਖੇਡਦੇ ਤੇ ਉਹਨਾਂ ਦੇ ਚਲਾਉਣ ਦਾ ਅਭਿਆਸ ਕਰਦੇ। ਇਸ ਤਰ੍ਹਾਂ ਖੇਡ ਕੇ ਜਦ ਘਰ ਆਉਂਦੇ ਤਾਂ ਮਾਤਾ ਜੀ ਨੂੰ ਖੇਡਣ ਦਾ ਸਾਰਾ ਵਰਤਾਂਤ ਸੁਣਾ ਕੇ ਖੁਸ਼ ਹੁੰਦੇ। ਦੱਸਿਆ ਕਰਦੇ ਮਾਤਾ ਗੁਜਰ ਕੌਰ ਨੂੰ, ਕਹਿੰਦੇ ਅਸੀਂ ਅੱਜ ਇਸ ਤਰ੍ਹਾਂ ਖੇਡੇ ਆ, ਗੁਲੇਲਿਆਂ ਦੇ ਨਾਲ ਖੇਡੇ ਆ। ਮਾਤਾ ਜੀ ਮੂੰਹ ਸਿਰ ਚੁੰਮਦੇ ਤੇ ਪਿਆਰ ਕਰਦੇ ਅਤੇ ਅਸੀਸਾਂ ਦਿੰਦੇ। ਆਖੋ ਸਤਨਾਮ।
ਤਾਂ ਗੁਰਮੁਖ ਪਿਆਰਿਓ, ਅੱਗੇ ਇਤਿਹਾਸ ਸ਼ੁਰੂ ਹੋ ਰਿਹਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਪੰਜਾਬ ਨੂੰ ਆਉਣਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦਾ ਪੰਜਾਬ ਨੂੰ ਆਉਣਾ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਰਾਜਾ ਰਾਮ ਸਿੰਘ ਦਾ ਅਸਾਮ ਦਾ ਕਾਰਜ ਸਿੱਧ ਕਰਕੇ ਵਾਪਸ ਪਟਨੇ ਨੂੰ ਆ ਗਏ। ਕੁਝ ਥੋੜਾ ਸਮਾਂ ਪਟਨੇ ਪਰਿਵਾਰ ਦੀ ਦੇਖਭਾਲ ਕਰਕੇ, ਪ੍ਰਬੰਧ ਕਰਕੇ ਆਪ ਜੀ ਪੰਜਾਬ ਨੂੰ ਇਕੱਲੇ ਹੀ ਵਾਪਸ ਆ ਗਏ। ਬਾਕੀ ਪਰਿਵਾਰ ਸਾਰਾ ਪਟਨੇ ਦੀ ਧਰਤੀ ਤੇ ਆ ਤੇ ਆਪ ਪੰਜਾਬ ਨੂੰ ਆ ਗਏ। ਪਿੱਛੇ ਮਾਤਾ ਨਾਨਕੀ ਜੀ ਤੇ ਹੋਰ ਸਾਰੇ ਪਰਿਵਾਰ ਤੇ ਸਿੱਖ ਸੇਵਕਾਂ ਨੂੰ ਆਖਿਆ ਕਿ ਤੁਸੀਂ ਅਜੇ ਕੁਝ ਸਮਾਂ ਇੱਥੇ ਹੀ ਠਹਿਰੋ, ਅਸੀਂ ਅਨੰਦਪੁਰ ਜਾ ਕੇ ਉਚਿਤ ਸਮਾਂ ਵੇਖ ਕੇ ਤੁਹਾਨੂੰ ਸੱਦ ਲਵਾਂਗੇ। ਕਹਿੰਦੇ ਵੀ ਵਧੀਆ ਸਮਾਂ ਦੇਖ ਕੇ ਤੁਹਾਨੂੰ ਅਨੰਦਪੁਰ ਸਾਹਿਬ ਸੱਦ ਲਵਾਂਗੇ। ਪਟਨੇ ਵਿੱਚ ਸਾਹਿਬਜ਼ਾਦੇ ਦੇ ਬਾਲ ਕੌਤਕ, ਘੜੇ ਭੰਨਣੇ, ਮਿੱਠਾ ਖੂਹ ਖਾਰਾ ਹੋਣਾ ਆਦਿ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਜਦ ਸੰਮਤ 1728 ਵਿੱਚ ਪੰਜਾਬ ਨੂੰ ਆ ਗਏ ਤਾਂ ਉਸ ਸਮੇਂ ਸਾਹਿਬਜ਼ਾਦੇ ਦੀ ਉਮਰ 5 ਸਾਲ ਤੋਂ ਕੁਝ ਹੀ ਉੱਪਰ ਸੀ। ਜਦੋਂ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਸੰਮਤ 1728 ਵਿੱਚ ਪੰਜਾਬ ਨੂੰ ਆ ਗਏ ਤਾਂ ਉਸ ਸਮੇਂ ਸਾਹਿਬਜ਼ਾਦੇ ਦੀ ਉਮਰ 5 ਸਾਲ ਤੋਂ ਕੁਝ ਹੀ ਉੱਪਰ ਸੀ। ਆਪ ਜੀ ਨਿਤ ਨਵੇਂ ਤੋਂ ਨਵੇਂ ਕੌਤਕ ਕਰਕੇ ਖੇਡਾਂ ਕਰਦੇ ਅਤੇ ਸ਼ਾਸਤਰ ਨਾਲ ਬਹੁਤ ਪਿਆਰ ਕਰਦੇ। ਸ਼ਾਸਤਰਾਂ ਦੇ ਨਾਲ ਬਹੁਤ ਪਿਆਰ ਕਰਦੇ ਸਨ। ਜਿੱਥੋਂ ਕਿੱਥੋਂ ਵੀ ਆਪਣੇ ਮੇਜ਼ ਤੇ ਛੋਟੇ ਛੋਟੇ ਸ਼ਾਸਤਰ ਮੰਗਵਾ ਕੇ ਇੱਕ ਪਲੰਘ ਉੱਤੇ ਰੱਖ ਕੇ ਉਹਨਾਂ ਨੂੰ ਰੋਜ਼ ਹੀ ਧੂਪ ਦਿੰਦੇ ਅਤੇ ਚੰਦਨ ਆਦਿ ਛਿੜਕ ਕੇ ਉਹਨਾਂ ਦੀ ਪਰਿਕਰਮਾ ਕਰਦੇ। ਪਰਿਕਰਮਾ ਕਰਕੇ ਨਮਸਕਾਰ ਕਰਦੇ ਸ਼ਾਸਤਰਾਂ ਨੂੰ। ਸ਼ਾਸਤਰਾਂ ਨੂੰ ਗੁਰਮੁਖ ਪਿਆਰਿਓ ਪੀਰ ਦਾ ਦਰਜਾ ਦਿੱਤਾ ਗਿਆ। ਸ਼ਾਸਤਰਾਂ ਨੂੰ ਪੀਰ ਦਾ ਦਰਜਾ ਦਿੱਤਾ ਗਿਆ ਹੈ। ਬੜਾ ਸਤਿਕਾਰ ਕਰਦੇ ਸੀ ਸ਼ਾਸਤਰਾਂ ਦਾ। ਇੱਕ ਪਲੰਘ ਦੇ ਉੱਤੇ ਲਾ ਕੇ ਸਾਰੇ ਸ਼ਾਸਤਰ ਰੱਖ ਕੇ ਧੂਪ ਬੱਤੀ ਕਰਿਆ ਕਰਦੇ ਸਨ। ਤਾਂ ਗੁਰਮੁਖ ਪਿਆਰਿਓ, ਜਦੋਂ ਧੂਪ ਹਰ ਰੋਜ਼ ਦਿੰਦੇ ਤੇ ਚੰਦਨ ਆਦਿ ਛਿੜਕ ਕੇ ਉਹਨਾਂ ਦੀ ਪਰਿਕਰਮਾ ਕਰਕੇ ਨਮਸਕਾਰ ਕਰਦੇ, ਜਦ ਧਨੀ ਲੋਕਾਂ ਦੇ ਬੱਚੇ ਆਪ ਜੀ ਦੇ ਪਾਸ ਖੇਡਣ ਵਾਸਤੇ ਆਉਂਦੇ ਤਾਂ ਉਹਨਾਂ ਸ਼ਾਸਤਰਾਂ ਵਾਲੇ ਪਲੰਘ ਪਾਸ ਖੜਾ ਕਰਕੇ ਦੱਸਦੇ ਕਿ ਇਹਨਾਂ ਨਾਲ ਬੈਰੀਆਂ ਦਾ ਨਾਸ਼ ਕਰਾਂਗੇ। ਦੇਖੋ ਨਿੱਕੀ ਜਿਹੀ ਉਮਰ 5 ਸਾਲ ਦੀ, ਤੇ ਦੱਸਿਆ ਕਰਦੇ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 5 ਸਾਲ ਦੀ ਉਮਰ ਦੇ ਵਿੱਚ, ਕਹਿੰਦੇ ਇਹਨਾਂ ਦੇ ਨਾਲ ਬੈਰੀਆਂ ਦਾ ਨਾਸ਼ ਕਰਾਂਗੇ। ਫਿਰ ਗੁਲੇਲ ਦੇ ਨਿਸ਼ਾਨੇ ਲਾ ਕੇ ਮੁੰਡਿਆਂ ਨੂੰ ਵਿਖਾਉਂਦੇ ਤੇ ਬੜੇ ਪ੍ਰਸੰਨ ਤੇ ਖੁਸ਼ ਹੁੰਦੇ। ਗੁਰੂ ਘਰ ਦੇ ਵਿਹੜੇ ਵਿੱਚ ਇੱਕ ਖੂਹ ਸੀ ਜਿਸਦਾ ਪਾਣੀ ਚੰਗਾ ਹੋਣ ਕਰਕੇ ਮਹੱਲੇ ਦੀਆਂ ਇਸਤਰੀਆਂ ਘੜੇ ਭਰਨ ਆਉਂਦੀਆਂ। ਸਾਰੀਆਂ ਇਸਤਰੀਆਂ ਬੀਬੀਆਂ ਭੈਣਾਂ ਉੱਥੋਂ ਪਾਣੀ ਭਰਨ ਵਾਸਤੇ ਆਉਂਦੀਆਂ ਸਨ। ਆਪ ਜੀ ਉਹਨਾਂ ਦੇ ਪਾਣੀ ਦੇ ਭਰੇ ਹੋਏ ਘੜੇ ਜਦੋਂ ਉਹ ਸਿਰ ਤੇ ਚੁੱਕ ਕੇ ਘਰ ਨੂੰ ਜਾਂਦੀਆਂ ਸਨ ਤਾਂ ਪਿੱਛੋਂ ਗੁਲੇਲ ਮਾਰ ਕੇ ਭੰਨ ਦਿੰਦੇ ਸਨ। ਉਹਨਾਂ ਇਸਤਰੀਆਂ ਦੇ ਘੜੇ ਭੱਜੇ ਜਾਣ
ਤੇ ਕੱਪੜੇ ਪਾਣੀ ਨਾਲ ਭਿੱਜ ਜਾਣੇ ਤਾਂ ਆਪ ਜੀ ਨੇ ਆਪਣੇ ਸਾਥੀਆਂ ਸਹਿਤ ਬਹੁਤ ਹੱਸਣਾ ਅਤੇ ਦੌੜ ਜਾਣਾ, ਭੱਜ ਜਾਣਾ। ਮਾਤਾ ਜੀ ਨੂੰ ਉਹਨਾਂ ਇਸਤਰੀਆਂ ਨੇ ਰੋਜ਼ ਉਲਾਂਭੇ ਦੇਣੇ ਤੇ ਮਾਤਾ ਜੀ ਨੇ ਉਹਨਾਂ ਨੂੰ ਨਵੇਂ ਘੜੇ ਲੈ ਕੇ ਦੇ ਕੇ ਇਹਨਾਂ ਨੂੰ ਸਾਧ ਕਰਨਾ ਵੀ ਕੋਈ ਨਹੀਂ, ਜੇ ਘੜਾ ਭੰਨ ਦਿੱਤਾ ਤੇ ਆ ਨਵਾਂ ਲੈ ਜਾਓ, ਜਾਂ ਉਹਨਾਂ ਨੂੰ ਘੜੇ ਦਾ ਮੁੱਲ ਦੇ ਕੇ ਉਹਨਾਂ ਨੂੰ ਸਾਧ ਕਰ ਦੇਣਾ। ਇੱਕ ਦਿਨ ਆਪ ਜੀ ਦਾ ਗੁਲੇਲਾ ਪਾਣੀ ਦੇ ਘੜੇ ਦੀ ਥਾਂ ਇੱਕ ਇਸਤਰੀ ਦੇ ਮੱਥੇ ਦੇ ਵਿੱਚ ਲੱਗ ਗਿਆ, ਜਿਸ ਨਾਲ ਉਹਦੇ ਮੱਥੇ ਵਿੱਚੋਂ ਲਹੂ ਚੋਣ ਲੱਗ ਪਿਆ। ਉਸ ਇਸਤਰੀ ਨੇ ਇਸ ਤਰ੍ਹਾਂ ਪੀੜਤ ਹੋ ਕੇ ਮਾਤਾ ਗੁਜਰ ਕੌਰ ਜੀ ਨੂੰ ਬੜਾ ਸਖਤ ਉਲਾਂਭਾ ਦਿੱਤਾ। ਮਾਤਾ ਜੀ ਗੁੱਸੇ ਨਾਲ ਹੱਥ ਵਿੱਚ ਸੋਟੀ ਫੜ ਕੇ ਜਦ ਆਪ ਜੀ ਨੂੰ ਤਾੜਨ ਲੱਗ ਗਏ ਤਾਂ ਮਾਤਾ ਜੀ ਨੂੰ ਗੁੱਸੇ ਵਿੱਚ ਵੇਖ ਕੇ ਲੁਕ ਗਏ। ਇਸ ਤਰ੍ਹਾਂ ਗੁੱਸੇ ਵਿੱਚ ਆਈ ਹੋਈ ਮਾਤਾ ਗੁਜਰੀ ਜੀ ਨੇ ਗੁਰੂ ਨਾਨਕ ਸਾਹਿਬ ਜੀ ਦਾ ਨਾਮ ਲੈ ਕੇ ਖਵਾਜਾ ਖਿਜਰ ਵਰਨ ਦੇਵਤੇ ਨੂੰ ਬੇਨਤੀ ਕੀਤੀ ਕਿ ਨਿਤ ਦਾ ਕਲੇਸ਼ ਤੇ ਉਲਾਂਭੇ ਬੰਦ ਕਰਨ ਵਾਸਤੇ ਇਸ ਖੂਹ ਦਾ ਪਾਣੀ ਖਾਰਾ ਕਰ ਦਿਓ, ਇਸ ਖੂਹ ਦਾ ਪਾਣੀ ਖਾਰਾ ਕਰ ਦਿਓ। ਖਾਰਾ ਪਾਣੀ ਹੋਣ ਕਰਕੇ ਇਸ ਖੂਹ ਤੋਂ ਨਾ ਕੋਈ ਇਸਤਰੀ ਪਾਣੀ ਭਰਨ ਆਵੇਗੀ ਤੇ ਨਾ ਹੀ ਇਹ ਸ਼ਰਾਰਤਾਂ ਕਰਕੇ ਉਲਾਂਭੇ ਲੈਣਗੇ। ਸੋ ਵਰਨ ਦੇਵਤੇ ਨੇ ਮਾਤਾ ਜੀ ਦੀ ਆਗਿਆ ਅਨੁਸਾਰ ਉਸ ਖੂਹ ਦਾ ਪਾਣੀ ਉਸ ਦਿਨ ਤੋਂ ਖਾਰਾ ਕਰ ਦਿੱਤਾ। ਆਖੋ ਸਤਿਨਾਮ। ਉਸ ਦਿਨ ਤੋਂ ਉਸ ਖੂਹ ਦਾ ਪਾਣੀ ਖਾਰਾ ਕਰ ਦਿੱਤਾ। ਅੱਗੇ ਸੋਨੇ ਦਾ ਕੜਾ ਗੰਗਾ ਵਿੱਚ ਸੁੱਟਣਾ। ਇੱਕ ਦਿਨ ਬੇੜੀ ਦੀ ਸੈਰ ਉਪਰੰਤ ਘਾਟ ਉੱਤੇ ਮੁੰਡਿਆਂ ਨਾਲ ਪਾਣੀ ਦੇ ਛਿੱਟੇ ਮਾਰ ਕੇ ਖੇਡਣ ਸਮੇਂ ਆਪ ਜੀ ਨੇ ਇੱਕ ਹੱਥੋਂ ਸੋਨੇ ਦਾ ਕੜਾ ਪਾਣੀ ਦੇ ਵਿੱਚ ਡੇਗ ਕੇ ਗਵਾਚ ਗਿਆ। ਪਾਣੀ ਦੇ ਵਿੱਚ ਡਿੱਗਿਆ ਤੇ ਗਵਾਚ ਗਿਆ, ਲੱਭਿਆ ਨਹੀਂ। ਜਦ ਘਰ ਆਏ ਤਾਂ ਮਾਤਾ ਜੀ ਨੇ ਪੁੱਛਿਆ, ਲਾਲ ਜੀ ਇੱਕ ਹੱਥ ਦਾ ਕੜਾ ਕਿੱਥੇ ਡਿੱਗ ਆਏ ਹੋ? ਆਪ ਜੀ ਨੇ ਸੁਭਾਵਕ ਹੀ ਉੱਤਰ ਦਿੱਤਾ, ਮਾਤਾ ਜੀ ਉਹ ਦਰਿਆ ਘਾਟੀ ਉੱਤੇ ਖੇਡਦਿਆਂ ਡਿੱਗ ਕੇ ਗਵਾਚ ਗਿਆ। ਮਾਤਾ ਜੀ ਨੇ ਕਿਹਾ, ਚੱਲ ਦੱਸ ਕਿੱਥੇ ਡਿੱਗਾ ਹੈ, ਮੈਂ ਤੇਰੇ ਨਾਲ ਚੱਲਦੀ ਹੈ, ਲੱਭ ਲਵਾਂਗੇ, ਦੱਸ ਕਿੱਥੇ ਡਿੱਗਾ ਹੈ। ਤਾਂ ਗੁਰਮੁਖ ਪਿਆਰਿਓ ਕਹਿੰਦੇ ਕਿਸੇ ਟੋਭੇ ਨੂੰ ਆ ਕੇ ਜਿਹੜਾ ਡੁਬਕੀ ਮਾਰਦਾ ਸੀ, ਕਹਿੰਦੇ ਉਸ ਨੂੰ ਆ ਕੇ ਕਢਾ ਲਵਾਂਗੇ। ਜਦੋਂ ਸਾਹਿਬਜ਼ਾਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਚੁੱਪ ਕਰਕੇ ਮਾਤਾ ਜੀ ਦੇ ਅੱਗੇ ਗੰਗਾ ਦੇ ਇਸ਼ਨਾਨ ਘਾਟ ਤੇ ਵੱਲ ਤੁਰ ਪਏ ਤਾਂ ਪਾਣੀ ਦੇ ਕਿਨਾਰੇ ਜਾ ਕੇ ਮਾਤਾ ਜੀ ਨੇ ਪੁੱਛਿਆ, ਲਾਲ ਜੀ ਕਿੱਥੇ ਕਰਕੇ ਕੜਾ ਡਿੱਗਿਆ ਹੈ? ਤਾਂ ਆਪ ਜੀ ਨੇ ਦੂਜੇ ਹੱਥ ਦਾ ਕੜਾ ਉਤਾਰ ਕੇ ਪਾਣੀ ਦੇ ਵਿੱਚ ਵਗਾ ਕੇ ਮਾਰਿਆ ਤੇ ਭੋਲੇ ਭਾ ਆਖਿਆ, ਕਹਿੰਦੇ ਉਹ ਕੜਾ ਇੱਥੇ ਕਰਕੇ ਡਿੱਗਿਆ ਸੀ। ਸਾਹਿਬਜ਼ਾਦੇ ਦੀ ਇਹ ਅਜੀਬ ਤਰ੍ਹਾਂ ਦੀ ਸਮਝਾਉਣੀ ਵੇਖ ਕੇ ਮਾਤਾ ਜੀ ਬਿਨਾਂ ਕੁਝ ਬੋਲੇ ਝਿੜਕ ਦੇਣ ਦੇ ਆਪ ਜੀ ਨੂੰ ਨਾਲ ਲੈ ਕੇ ਵਾਪਸ ਘਰ ਨੂੰ ਆ ਗਏ। ਇਸ ਤਰ੍ਹਾਂ ਕੁਝ ਬੋਲੇ ਝਿੜਕੇ ਦੇਣ ਤੋਂ ਆਪ ਜੀ ਨੂੰ ਨਾਲ ਲੈ ਕੇ ਵਾਪਸ ਆ ਗਏ। ਇਸ ਵਿੱਚ ਗੁਰੂ ਜੀ ਦਾ ਲੁਕਵਾਂ ਭਾਵ ਇਹ ਜਾਪਦਾ ਸੀ ਕਿ ਜਿਹੜੀ ਮਾਇਆ
ਹੱਥਾਂ ਨੂੰ ਬੰਧਨ ਪਾਉਂਦੀ ਹੈ, ਉਸ ਨੂੰ ਦਰਿਆ ਦੀ ਭੇਟਾ ਕੀਤਾ ਹੀ ਚੰਗਾ ਹੈ। ਇਸ ਕਰਕੇ ਹੱਥਾਂ ਨਾਲ ਬੜੇ ਬੜੇ ਜ਼ਾਲਮਾਂ ਦੇ ਹੰਕਾਰ ਤੋੜਨੇ ਹਨ। ਇਹਨਾਂ ਨਾਲ ਹੀ ਦੀਨ ਦੁਨੀਆ ਦੀ ਰੱਖਿਆ ਕਰਨੀ ਹੈ। ਇਹਨਾਂ ਨਾਲ ਹੀ ਅੰਮ੍ਰਿਤ ਤਿਆਰ ਕਰਕੇ ਮੁਰਦਿਆਂ ਨੂੰ ਸਰਜੀਤ ਕਰਕੇ ਖਾਲਸਾ ਸਜਾਉਣਾ ਹੈ। ਇਹਨਾਂ ਨਾਲ ਹੀ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦੇਣਾ ਹੈ। 5 ਸਾਲ ਦੀ ਉਮਰ, ਸੋਚ ਵਿਚਾਰਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਕਿੰਨੇ ਕਿੰਨੇ ਉੱਚੀਆਂ ਸੋਚਾਂ। ਕਹਿੰਦੇ ਇਹਨਾਂ ਹੱਥਾਂ ਦੇ ਨਾਲ ਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਦੇਣਾ ਹੈ। ਅਤੇ ਜੇ ਇਹਨਾਂ ਹੱਥਾਂ ਨੂੰ ਹੁਣ ਤੋਂ ਹੀ ਮਾਇਆ ਦੇ ਕੜਿਆਂ ਨਾਲ ਕੜ ਲਿਆ ਤਾਂ ਫਿਰ ਇਹ ਕੰਮ ਜੋ ਕਾਲ ਪੁਰਖ ਨੇ ਸਾਡੇ ਸਪੁਰਦ ਕੀਤੇ ਹਨ, ਇਹ ਕਿਸ ਤਰ੍ਹਾਂ ਨਿਭਣਗੇ। ਇਹੀ ਆਪ ਜੀ ਦਾ ਭਾਵ ਸਮਝ ਕੇ ਸ਼ਾਇਦ ਮਾਤਾ ਜੀ ਚੁੱਪ ਕਰਕੇ ਘਰ ਨੂੰ ਮੁੜ ਆਏ। ਮਾਤਾ ਗੁਜਰ ਕੌਰ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਸ ਕਰਕੇ ਵੀ ਕੁਝ ਨਹੀਂ ਸੀ ਸਨ ਆਖਣਾ ਚਾਹੁੰਦੇ, ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਪੰਜਾਬ ਨੂੰ ਤੁਰਨ ਲੱਗਿਆ ਸਾਰੇ ਪਰਿਵਾਰ ਨੂੰ ਪੱਕੀ ਕਰਕੇ ਗਏ ਸੀ ਕਿ ਇਹਨਾਂ ਨੂੰ ਕਿਸੇ ਗੱਲੋਂ ਗੁੱਸੇ ਨਹੀਂ ਕਰਨਾ, ਕਿਉਂਕਿ ਅੰਤਰਜਾਮੀ ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਸਭ ਕੁਝ ਪਤਾ ਸੀ ਇਹਨਾਂ ਦੇ ਬਾਰੇ। ਜਾਂਦੇ ਜਾਂਦੇ ਜਦੋਂ ਪੰਜਾਬ ਨੂੰ ਆਏ ਨੇ ਪਟਨੇ ਦੀ ਧਰਤੀ ਤੋਂ, ਤਾਂ ਇਹ ਸਾਰਿਆਂ ਨੂੰ ਕਹਿ ਕੇ ਗਏ ਸੀ, ਕਹਿੰਦੇ ਇਹਨਾਂ ਨੂੰ ਕਿਸੇ ਗੱਲੋਂ ਗੁੱਸੇ ਨਹੀਂ ਕਰਨਾ ਅਤੇ ਨਾ ਹੀ ਇਹਨਾਂ ਨੂੰ ਕੋਈ ਝਿੜਕ ਦੇਣੀ। ਇਹ ਅਕਾਲ ਪੁਰਖ ਦੇ ਭੇਜੇ ਹੋਏ ਉਸ ਦੇ ਰੂਪ ਹੋ ਕੇ ਸਾਡੇ ਘਰ ਆਏ ਨੇ। ਕਹਿੰਦੇ ਅਕਾਲ ਪੁਰਖ ਦਾ ਰੂਪ ਨੇ ਇਹ, ਤੇ ਅਕਾਲ ਪੁਰਖ ਨੇ ਸਾਡੇ ਘਰ ਭੇਜੇ ਹਨ। ਇਹਨਾਂ ਨੂੰ ਕਿਸੇ ਨੇ ਕੋਈ ਨਹੀਂ ਕੁਝ ਕਹਿਣਾ, ਝਿੜਕਣਾ ਨਹੀਂ ਹੈ। ਆਪਣੀ ਮੌਜ ਦੇ ਵਿੱਚ ਜੋ ਇਹ ਕਰਦੇ ਨੇ ਤੇ ਕਰੀ ਜਾਣ। ਇਹਨਾਂ ਬਚਨਾਂ ਨੂੰ ਹੀ ਯਾਦ ਕਰਕੇ ਸ਼ਾਇਦ ਮਾਤਾ ਗੁਜਰ ਜੀ ਨੇ ਸਾਹਿਬਜ਼ਾਦੇ ਨੂੰ ਕੁਝ ਨਾ ਆਖਿਆ। ਗੰਗਾ ਦਾ ਉਹ ਘਾਟ ਜਿੱਥੇ ਸਤਿਗੁਰੂ ਜੀ ਨੇ ਖੇਡਾਂ ਖੇਡੀਆਂ ਤੇ ਕਈ ਹੋਰ ਕੌਤਕ ਕੀਤੇ ਸਨ, ਅੱਜ ਉੱਥੇ ਗੋਬਿੰਦ ਘਾਟ ਨਾਮ ਤੇ ਗੁਰਦੁਆਰਾ ਸੁਸ਼ੋਭਿਤ ਹੈ। ਗੋਬਿੰਦ ਘਾਟ ਅੱਜ ਉੱਥੇ ਗੁਰਦੁਆਰਾ ਸੁਸ਼ੋਭਿਤ ਹੈ। ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਅੱਗੇ ਗੁਰਮੁਖ ਪਿਆਰਿਓ ਪੰਡਤ ਸਿਵਦੱਤ ਨੂੰ ਰਾਮ ਰੂਪ ਦੇ ਵਿੱਚ ਦਰਸ਼ਨ ਦੇਣੇ। ਇਹ ਸਿਵਦੱਤ ਪੰਡਤ ਇੱਕ ਮੰਦਿਰ ਦੇ ਵਿੱਚ ਪੂਜਾ ਕਰਿਆ ਕਰਦਾ ਸੀ। ਮੰਦਿਰ ਦੇ ਵਿੱਚ ਪੂਜਾ ਕਰਿਆ ਕਰਦਾ ਸੀ ਤਾਂ ਗੁਰਮੁਖ ਪਿਆਰਿਓ ਜਿਹੜੇ ਲੋਕੀ ਸੀ ਦੇਖਣ ਵਾਲੇ, ਉਹ ਇਹ ਕਹਿੰਦੇ ਸੀ ਵੀ ਜਿਹੜਾ ਸਿਵਦੱਤ ਪੰਡਤ ਆ ਇਹ ਪਰਮੇਸ਼ਰ ਦੇ ਵਿੱਚ ਅਭੇਦ ਹੋਇਆ ਪਿਆ ਹੈ, ਪਰਮੇਸ਼ਰ ਦੇ ਨਾਲ ਮਿਲਿਆ ਹੋਇਆ ਹੈ। ਪਰ ਗੁਰਮੁਖ ਪਿਆਰਿਓ ਪਰਮੇਸ਼ਰ ਦੇ ਨਾਲ ਇਹਨੂੰ ਹਜੇ ਤੱਕ ਦਰਸ਼ਨ ਨਹੀਂ ਸੀ ਹੋਏ। ਮਨ ਦੇ ਵਿੱਚ ਤੜਫ ਰਹਿੰਦੀ ਸੀ ਵੀ ਕਦੋਂ ਦਰਸ਼ਨ ਹੋਣਗੇ, ਕਦੋਂ ਦਰਸ਼ਨ ਕਰਾਂਗਾ। ਤੇ ਮਨ ਦੇ ਵਿੱਚ ਦਰਸ਼ਨਾਂ ਦੀ ਤੜਫ ਰਹਿੰਦੀ ਸੀ, ਪਿਆਸ ਰਹਿੰਦੀ ਸੀ। ਇਹ ਜਦੋਂ ਸਰਦਾ ਦੇ ਨਾਲ, ਭਾਵਨਾ ਦੇ ਨਾਲ ਪ੍ਰਸ਼ਾਦਾ ਪਾਣੀ ਭੋਜਨ ਤਿਆਰ ਕਰਦੇ ਤੇ ਅਰਦਾਸ ਕਰਦੇ, ਹੇ ਰਾਮ ਜੀ ਭੋਗ ਲਾਵੋ, ਹੇ ਰਾਮ ਜੀ ਭੋਗ ਲਾਵੋ। ਜਦੋਂ ਵੀ ਪ੍ਰਸ਼ਾਦਾ ਪਾਣੀ ਤਿਆਰ ਕਰਕੇ ਅਰਦਾਸ ਕਰਿਆ ਕਰਦੇ ਸੀ
ਉਸੇ ਸਮੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਚਪਨ ਦੇ ਵਿੱਚ 5 ਸਾਲ ਦੀ ਉਮਰ ਜਦੋਂ ਅਰਦਾਸ ਕਰਿਆ ਕਰਦੇ ਤੇ ਆ ਕੇ ਸਾਹਮਣੇ ਬੈਠ ਜਾਇਆ ਕਰਦੇ, ਆਖੋ ਸਤਨਾਮ। ਕਹਿੰਦੇ ਜੀ ਲਵਾਓ ਭੋਗ। ਅਰਦਾਸ ਕਰਿਆ ਕਰਨ, ਰਾਮ ਜੀ ਭੋਗ ਲਾਓ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਾਹਮਣੇ ਆ ਕੇ ਬਾਲਕ ਰੂਪ ਦੇ ਵਿੱਚ ਬਹਿ ਜਾਇਆ ਕਰਨ। ਪੰਡਤ ਸਿਵਦੱਤ ਕਹਿਣ ਲੱਗਾ, ਕਹਿੰਦੇ ਮੈਂ ਆਪਣੇ ਰਾਮ ਨੂੰ ਬੁਲਾਉਣਾ, ਮੈਂ ਤੈਨੂੰ ਥੋੜੂ ਬੁਲਾਇਆ, ਜਾ ਚਲਿਆ ਜਾ, ਮੇਰੀ ਭਗਤੀ ਦੇ ਵਿੱਚ ਵਿਘਨ ਪਾਉਂਦਾ ਹੈ। ਤਾਂ ਗੁਰਮੁਖ ਪਿਆਰਿਓ, ਜਦੋਂ ਵੀ ਅਰਦਾਸ ਕਰਿਆ ਕਰੇ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪ੍ਰਗਟ ਹੋ ਜਾਇਆ ਕਰਨਾ। ਇੱਕ ਦਿਨ ਬੜਾ ਝਿੜਕਿਆ, ਬੜਾ ਘੂਰਿਆ, ਕਹਿੰਦੇ ਮੈਂ ਤੈਨੂੰ ਥੋੜ੍ਹਾ ਬੁਲਾਉਂਦਾ ਹਾਂ, ਮੈਂ ਤਾਂ ਆਪਣੇ ਰਾਮ ਨੂੰ ਬੁਲਾਉਂਦਾ ਹਾਂ। ਪਰ ਪੰਡਤ ਨੂੰ ਨਹੀਂ ਸੀ ਪਤਾ ਵੀ ਇਹੀ ਸਭ ਕੁਝ ਨੇ, ਆਖੋ ਸਤਨਾਮ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੇ ਬਸ ਹੈ ਕਾਮ ਤੇਨਾ। ਸਤਿਗੁਰੂ ਜੀ ਸਭਨਾਂ ਦੀਆਂ ਇੱਛਾ, ਮਨ ਦੀਆਂ ਭਾਵਨਾ ਭਾਈ ਪੂਰੀਆਂ ਕਰਦੇ ਨੇ। ਇੱਛਾ ਧਾਰ ਕੇ ਜੇ ਕੋਈ ਸਰਧਾ ਦੇ ਨਾਲ, ਭਾਵਨਾ ਦੇ ਨਾਲ ਗੁਰੂ ਦੇ ਕੋਲ ਆਵੇਗਾ ਤੇ ਗੁਰੂ ਦੇ ਮਨ ਦੀਆਂ ਭਾਵਨਾ, ਇੱਛਾ ਪੂਰੀਆਂ ਕਰ ਦਿੰਦਾ ਹੈ। ਇੱਥੇ ਮੰਗਣ ਦੀ ਲੋੜ ਨਹੀਂ ਹੈ, ਇੱਥੇ ਕੁਝ ਕਹਿਣ ਦੀ ਲੋੜ ਨਹੀਂ ਹੈ। ਇੱਥੇ ਤੁਸੀਂ ਮਨ ਦੇ ਵਿੱਚ ਇੱਛਾ ਲੈ ਕੇ ਆ ਜਾਓ ਵੀ ਮਨ ਦੇ ਵਿੱਚ ਆ ਇੱਛਾ ਹੈ, ਇਹ ਪੂਰੀ ਹੋ ਜਾਏ ਤੇ ਸਤਿਗੁਰੂ ਜੀ ਨੇ ਪੂਰੀ ਕਰ ਦੇਣੀ। ਆਖੋ ਸਤਨਾਮ। ਇਸੇ ਕਰਕੇ ਬਾਣੀ ਦੇ ਵਿੱਚ ਲਿਖਿਆ, ਇੱਛਾ ਪੂਰਕ ਸਰਬ ਸੁਖ ਦਾਤਾ। ਸਾਰੀਆਂ ਮਨ ਦੀਆਂ ਭਾਵਨਾ, ਇੱਛਾ ਭਾਵਨਾ ਪੂਰੀਆਂ ਕਰਦਾ ਕਦੋਂ ਆ? ਜਦੋਂ ਸਤਿਗੁਰ ਦੇ ਬਣ ਜਾਓਗੇ। ਆਖੋ ਸਤਨਾਮ। ਤਾਂ ਹੁਣ ਸਿਵਦੱਤ ਪੰਡਤ ਨੇ ਕਈ ਵਾਰ ਘੂਰਿਆ, ਮੈਂ ਤਾਂ ਆਪਣੇ ਰਾਮ ਜੀ ਨੂੰ ਯਾਦ ਕਰਦਾ, ਤੈਨੂੰ ਥੋੜੂ ਯਾਦ ਕੀਤਾ, ਜਾ ਚਲੇ ਜਾ। ਤਾਂ ਗੁਰਮੁਖ ਪਿਆਰਿਓ, ਇੱਕ ਦਿਨ ਮਨ ਦੇ ਵਿੱਚ ਸਿਵਦੱਤ ਪੰਡਤ ਨੇ ਸੋਚ ਲਿਆ ਵੀ ਜੇ ਇਹ ਬੱਚਾ ਕੱਲ ਨੂੰ ਆਵੇਗਾ ਤੇ ਇਹਨੂੰ ਘੂਰਾਂਗਾ ਤਾਂ ਤੇ ਮਾਰਾਂਗਾ। ਇੱਕ ਛਟੀ ਰੱਖ ਲਈ ਕੋਲ। ਹੁਣ ਗੁਰਮੁਖ ਪਿਆਰਿਓ, ਪ੍ਰਸਾਦ ਪਾਣੀ ਤਿਆਰ ਹੋਇਆ ਤੇ ਅਰਦਾਸ ਕਰ ਰਿਹਾ, ਇਹ ਰਾਮ ਜੀ ਭੋਗ ਲਾਵੋ। ਤਾਂ ਗੁਰਮੁਖ ਪਿਆਰਿਓ, ਉਸ ਦਿਨ ਫਿਰ ਇਸੇ ਤਰ੍ਹਾਂ ਕੌਤਕ ਰਚਾਇਆ, ਫਿਰ ਘੂਰਿਆ ਤੇ ਇੱਥੋਂ ਤੱਕ ਕਿ ਮਾਤਾ ਗੁਜਰ ਕੌਰ ਜੀ ਨੂੰ ਉਲਾਂਭਾ ਦਿੱਤਾ। ਆਖੋ ਸਤਨਾਮ। ਮਾਤਾ ਗੁਜਰ ਕੌਰ ਜੀ ਨੂੰ ਸਿਵਦੱਤ ਪੰਡਤ ਨੇ ਲਾਂਭਾ ਦਿੱਤਾ, ਮਾਤਾ ਤੇਰਾ ਪੁੱਤਰ ਮੇਰੀ ਭਗਤੀ ਦੇ ਵਿੱਚ ਵਿਘਨ ਪਾਉਂਦਾ ਹੈ, ਮੈਂ ਰਾਮ ਜੀ ਨੂੰ ਚੇਤੇ ਕਰਦਾ ਤੇ ਇਹ ਆ ਜਾਂਦਾ ਹੈ। ਮਾਤਾ ਗੁਜਰ ਕੌਰ ਜੀ ਕਹਿੰਦੇ, ਲਾਲ ਜੀ ਤੁਸੀਂ ਨਾ ਜਾਇਆ ਕਰੋ ਇਹਨਾਂ ਦੇ ਕੋਲ, ਕਿਉਂ ਵਿਘਨ ਪਾਉਂਦੇ ਹੋ? ਕਹਿੰਦੇ ਮਾਤਾ ਜੀ ਮੈਂ ਕੀ ਕਰਾਂ, ਯਾਦ ਕਰਦਾ ਤੇ ਮੈਂ ਚਲੇ ਜਾਂਦਾ ਹਾਂ, ਇਹ ਅਰਦਾਸ ਕਰਦਾ ਤੇ ਯਾਦ ਕਰਦਾ ਹੈ, ਮੈਂ ਚਲਿਆ ਜਾਂਦਾ ਹਾਂ। ਸਿਵਦੱਤ ਪੰਡਤ ਕਹਿੰਦਾ ਮੈਂ ਤੈਨੂੰ ਥੋੜੂ ਯਾਦ ਕਰਦਾ, ਮੈਂ ਤਾਂ ਆਪਣੇ ਰਾਮ ਨੂੰ ਯਾਦ ਕਰਦਾ। ਮਾਤਾ ਜੀ ਨੂੰ ਕਹਿਣ ਲੱਗਾ ਸਿਵਦੱਤ ਪੰਡਤ, ਕਹਿੰਦੇ ਹੁਣ ਨਾ ਆਵੇ, ਮੈਂ ਨਹੀਂ ਫਿਰ ਇਹਨੂੰ ਕੁੱਟਾਂਗਾ। ਲਾਲ ਜੀ ਹੁਣ ਨਾ ਤੁਸੀਂ ਜਾਇਓ। ਕਹਿੰਦੇ ਮਾਤਾ ਜੀ ਜੇ ਪੰਡਤ ਯਾਦ ਕਰੂਗਾ ਤਾਂ ਮੈਂ ਜਾਊਂਗਾ, ਤਾਂ ਰੋਜ਼ ਅਰਦਾਸਾਂ ਕਰਦਾ ਵੀ ਭੋਗ ਲਾਵੋ।
क्योंकि अकाल पुरख वाहिगुरु परमेश्वर दे भेजे हुए गुरु गोबिंद सिंह महाराज जी रब्बी ताकतां सर्व शक्तियां लैके संसार दे उत्ते आए सी। हुण दूसरे दिन इसे तरह किया लंगर पानी तैयार करके तां गुरमुख प्यारिओ जदों अरदास कर लगा शिवदत्त पंडित, हे भगवान, हे राम जी भोग लावो। गुरु गोबिंद सिंह महाराज जी फिर प्रगट हो गए, कहते लवाओ पंडित जी भोग। ले हाजिर हो गया, लवाओ। कहते अज फिर तू आ गया, तू हटदा नहीं। जदों चक के सटी मार लगे ना ते गुरु गोबिंद सिंह महाराज जी दे विचों राम दे दर्शन होए। आखो सतनाम। उसे समय हाथ दे विचों सटी सुट गई। उसे समय हाथ दे विचों सटी सुट गई ते गुरु गोबिंद सिंह महाराज जी दे निक्के निक्के चरणों के उत्ते शीश रखिया ते भुवा मार मार के रोन लग पिया। सतगुरु मैं अनजान सा, मैनू पता नहीं सी, आप ही सब कुछ हो। कृपा करो दीन के दाते, मेरा गुण अब गुण ना विचारो कोई। माटी का क्या धोपा स्वामी, मानस की कहते हैं। इस तरह तड़फ दे विच रहिंदा सी। एक दफा मन दे विच इच्छा धारण कर ली। कहते बालक रूप दे विच कृष्ण भगवान दे दर्शन करने ने। पूजा करदा, शंख बजाउंदा, टल्लियां बजाउंदा, आरती भगती करदा। तां गुरमुख प्यारे देखण वाले लोकां नूं इंज लगदा सी भी जिहड़ा शिवदत्त पंडित आ ये परमेश्वर दे नाल भगवान दे नाल मिलिया होया, एक होया होया, इन्हां 'च कोई फर्क नहीं है। पर दर्शन नहीं सी होया, जे तड़प सी मन दे विच। एक दिन गंगा दे किनारे जाके बह गया। गंगा दे किनारे जाके जदों बैठिया, कहता भी जिन्ना चिर दर्शन नहीं होंदे उन्ना चिर जावांगा नहीं, उन्ना चिर कुछ खावांगा नहीं, उन्ना चिर कुछ पीवांगा नहीं। दर्शन भी कृष्ण भगवान दे बालक रूप दे विच करने ने। आखो सतनाम। बालक रूप दे विच दर्शन करने ने। गंगा दे किनारे ते जाके चौंकड़ा मार के बह गया। चेते करदा, मनो मनी अरदासां करदा, हरदम रहंदी दिलां दे विच वजदी तेरी तार मालका। किथे जाके बह गया, कदों होणगे दीदारे मालका। रोज अरदासा करदा। एक दिन फिर अरदास प्रवान होगी। प्रभ पास जन की अरदास। ता गुरमुख प्यारिओ शिवदत्त पंडित बैठा याद कर रहा है, मनो मनी अरदासा कर रहा। इधरों कट कट के अंदर की जानत, भले बुरे की पीर पछानत। सतगुरु दिलां दियां जाननहार। शिवदत्त पंडित दे मन की भावना इच्छा पूरी करने वास्ते अपने साथियों के नाल खेडदे खेडदे ते साथियों नूं पिछे खड़ा दिता ते आप उस जगह के उत्ते पहुँच गए जिथे शिवदत्त पंडित चौंकड़ा ला के बैठा अरदासा कर रहा ते याद कर रहा है। शिवदत्त पंडित दे पिछों दे जाके हत्थां दे उत्ते वाहिगुरू अखां दे उपर अपने निक्के निक्के हस्त कमल सतगुरु जी ने रखे। कहते पंडित जी झात। इस तरह आवाज दी। जदों शिवदत्त पंडित ने अखां खोलियां देखिया, जदों इधर नूं घूमण लगे तो महाराज जी पिछले पासे हो गए।
जे दूसरे पासे नूं लगे देखण तां दूसरे पासे नूं हो गए। शायद कहता भी मैनूं कोई भुलेखा पिया होवे। दूसरी वार फिर इसे तरह किया। फिर महाराज जी जिधरों घूमया करे देखा करे उधरों दूसरे पासे नूं हो जा करना। इस तरह किया दूजी बार। जदों गुरमुख प्यारे तीजी बार शिवदत्त पंडित के अखां दे उत्ते महाराज जी ने हथ रखे, निक्के निक्के हथ। शिवदत्त पंडित ने जदों महाराज जी दे हथ अपने हथां दे नाल फड़े ते फड़ के जदों सामने देखिया तां है गुरु गोबिंद सिंह महाराज ते दर्शन कृष्ण भगवान दे रूप दे विच होए। आखो सतनाम। कृष्ण भगवान दे रूप दे विच गुरु गोबिंद सिंह महाराज जी ने शिवदत्त पंडित नूं दर्शन दिते ते निहाल 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 मन दियां इच्छा भावना पूरियां कीतियां। मन दियां इच्छा भावना पूरियां होइयां, दर्शन कीते ते चरणां दे उत्ते डिग के नमस्कार कीती। आखो सतनाम। तू चो सज्जन मेंढिया डेई सिसो तार, नैन महंजे तरसदे कद पसी दीदार। दर्शन देख जीवा गुर तेरा, पूरन कर्म होए प्रभ मेरा। यह बनंती सुन प्रभ मेरे, देहो नाम कर अपने चेहरे। रहाओ अपनी शरण राख प्रभ दाते, गुर प्रसाद किन्ने बिरले जाते। सुनो बिनो प्रभ मेरे मीता, चरण कमल वसै मेरे चीता। नानक एक करे अरदास, बिसर नाही पूर्ण गुणतास। आखो सतनाम। तां गुरमुख प्यारे जदों दर्शन कीते ते शिवदत्त पंडित निहाल निहाल निहाल। जदों सतगुरु कलगीधर पातशाह गुरु गोबिंद सिंह महाराज जी जान लगे ते गुरमुख प्यारे शिवदत्त पंडित फिर गुरु गोबिंद सिंह महाराज जी दे पिछे तुर पिया। महाराज जी कहते पंडित जी निहाल निहाल निहाल। शिवदत्त पंडित ने फिर हाथ जोड़ के बेनती की, शब्द पढ़िया। की कहता है शिवदत्त पंडित? कहन लगा किथे चले बसोड़ा पाके, अखियां हजे नहीं रजिया। किथे चले बसोड़ा पाके, अखियां हजे नहीं रजिया। मेरे प्यारे जी अखियां हजे नहीं रजिया। मेरे प्यारे जी अखियां हजे नहीं रजिया। किथे चलियो बछोड़ा पाके, अखियां हजे नहीं रजिया। शिवदत्त पंडित कहन लगा, कहते किथे चलियो, बछोड़ा ना दवो। इन अखियां दे नाल अजे होर रज रज दर्शन करने ने। महाराज जी फिर कहते पंडित जी निहाल निहाल। फिर शिवदत्त पंडित गुरमुख प्यारे पीछे पीछे गया। जदों देखिया शिवदत्त पंडित ने भी तक गुरु तेग बहादुर महाराज जी दे पुत्र गोबिंद राय ने उस दिन तो ये समझ गया भी यही सब कुछ ने, यही राम जी ने, यही कृष्ण भगवान जी ने, ये सब कुछ ने।
उस दिन तो गुरमुख प्यारे शिवदत्त पंडित ने फिर कहा सी, ऐ दुनिया दे लोगो, मूर्तियां दे विच कुछ नहीं रखिया, छड्डो मूर्तियां दा खैड़ा, आओ कहते तुहानू मैं बालक रूप भगवान दे परमेश्वर दे दर्शन करवावां। आखो सतनाम। फिर शिवदत्त पंडित ने गुरमुख प्यारिओ बड़े लोकां नूं सतगुरु कलगीधर पातशाह गुरु गोबिंद सिंह महाराज जी दे नाल जोड़िया, बड़ा प्रचार किया शिवदत्त पंडित ने। सारिਆਂ ਨੂੰ सतगुरु जी ने सतगुरु जी दे लड़ लाया ते दर्शन करवाए। जिहड़े भुल्ले भटके सन तां गुरमुख प्यारे सब नूं दर्शन करवा के निहाल निहाल किया। दिन चढ़दे नूं सतगुरु जी जदों बाहर आउंदे सी ते बाहर आउण तो पहला पहला बड़ियां बड़ियां लंबियां लंबियां लाइनां लगियां हुंदियां सी, लोकी बैठे हुंदे सी। कादे वास्ते? गुरु जी दे दर्शन करन वास्ते बैठे हुंदे सी, भी दर्शन करने आ। दर्शन प्यासी दिन रात चितवो आनंद नीत दर्शनां दी प्यास लगी रहिंदी है। जिहड़ा गुरसिखा उहदे मन दे विच हमेशा दर्शनां दी प्यास लगी रहिंदी है। जिहड़ा गुरु नूं प्यार करन वाला वो तां ढीकदा, वो तां रात नूं उठ उठ के वेखदा भी कदों का अमृत वेला होवे ते कदों का गुरु दे दर्शन करिए, ते दर्शन करके गुरु दे वचन सुन के निहाल निहाल होइए। वो तां ढीकदा है, वो तां वेखदा है। तां गुरमुख प्यारिओ बड़ी संगत अमृत वेले तड़के उठ उठ के दर्शन करने वास्ते आउंदी है। जो भी गुरु जी बचन करते हैं वो बचन सहज सुभाए पूरा हो जाता है। एक माता का पुत्र बड़े लंबे समय तो बीमार पिया है। इत्थों तक इतिहास दसदा कि बड़ा इलाज करवाया, बड़े वैदा हकीमां दे कोल गए पर कितों भी इलाज नहीं होया। ये कह दिता कहते वैदा हकीमां ने, कहते भाई इहदी घरे लिया के सेवा कर लो। घरे ले जाके सेवा कर लो। तो गुरमुख प्यारिओ वो बच्चे नूं सारे पासों जवाब दे दिता। मंजे दे उत्ते पिया हड्डां दी मुट्ठी हो गया, ना कुछ खांदा ते ना कुछ पींदा ते कुछ भी नहीं। इस तरह का खाना पीना सब कुछ बंद हो गया। पर सतगुरु समर्थ है, वो अपने सेवकों दी मन दी भावना इच्छा पूरी करदा। जे उदों दुख दूर होंदे सी ना ते अज भी गुरु किते गया नहीं है भाई, अज भी दुख दूर होंदे ने। अज भी गुरु दुखों नूं दूर करने नूं समर्थ है। मेरे गल याद आ गई, रिश्तेदारी दे विच एक माता ढिली हो गई तो गुरमुख प्यारे उन्होंने इस तरह से भी बच्चे दानी दे विच रसौलियां ने, वो दाखिल करवाई गई। जदों दाखिल करवाई मरेकोटले हॉस्पिटल वालिया ने, पूछ लो जाके, माता ने भी तुहानूं मिला देंगे सामने। ये प्रतख कौतक वापरिया।
ਤਾਂ ਗੁਰਮੁਖ ਪਿਆਰਿਓ, ਮਰੇਕੋਟਲਾ ਹਸਪੀਟਲ ਦੇ ਵਿੱਚ ਉਹਨਾਂ ਨੇ ਕਹਿ ਦਿੱਤਾ, ਚੈੱਕਅਪ ਕਰਕੇ ਸਾਰਾ ਕੁਝ ਦੇਖ ਕੇ ਕਹਿੰਦੇ ਜੀ ਇਹ ਮਾਤਾ ਨੂੰ ਕੈਂਸਰ ਹੈ, ਇਹ ਮਾਤਾ ਨੂੰ ਕੈਂਸਰ ਹੈ। ਮੈਂ ਵੀ ਗਿਆ ਹੋਇਆ ਸੀ। ਮੈਨੂੰ ਕਹਿੰਦੇ ਤੁਸੀਂ ਕੌਣ ਹੋ ਇਹਨਾਂ ਦੇ? ਮੈਂ ਕਿਹਾ ਜੀ ਰਿਸ਼ਤੇਦਾਰ ਆ ਜੀ। ਕਹਿੰਦੇ ਵੀ ਰਿਪੋਰਟਾਂ ਕਰਕੇ ਦੇਖ ਲਈਆਂ, ਸਾਰਾ ਕੁਝ ਵੇਖ ਲਿਆ ਤੇ ਕੈਂਸਰ ਆ, ਕੈਂਸਰ ਨੂੰ ਅਸੀਂ ਕੈਂਚੀ ਨਹੀਂ ਲਾ ਸਕਦੇ, ਆਪਰੇਸ਼ਨ ਨਹੀਂ ਹੋ ਸਕਦਾ। ਤੁਸੀਂ ਇਸ ਮਾਈ ਨੂੰ ਘਰੇ ਲੈ ਜਾਓ, ਘਰੇ ਲਿਜਾ ਕੇ ਜਿੰਨਾ ਕੁ ਚਿਰ ਦੇ ਸਵਾਸ ਦੀ ਸੇਵਾ ਕਰ ਲਓ। ਇਹ ਲਿਖਤੀ ਰੂਪ ਦੇ ਵਿੱਚ ਲਿਖ ਕੇ ਦਿੱਤਾ। ਮੈਂ ਕਿਹਾ ਮੈਡਮ ਜੀ ਦੁਬਾਰਾ ਚੈੱਕ ਕਰ ਲਓ। ਕਹਿੰਦੇ ਜੀ ਮੈਂ ਪਹਿਲੀ 2 ਵਾਰੀ ਦੇਖ ਲਿਆ। ਫਾਰਮਾਂ ਦੇ ਉੱਪਰ ਲਿਖ ਕੇ ਦੇ ਦਿੱਤਾ ਵੀ ਕੈਂਸਰ ਆ, ਇਹਦਾ ਇਲਾਜ ਨਹੀਂ ਹੋ ਸਕਦਾ। ਮੈਂ ਕੀ ਕੀਤਾ, ਉੱਥੋਂ ਹਸਪੀਟਲ ਦੇ ਵਿੱਚੋਂ ਲਿਜਾ ਕੇ ਦੁਖਨਿਵਾਰ ਸਾਹਿਬ ਪਟਿਆਲੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸਥਾਨ ਦੁੱਖ ਨਿਵਾਰਨ ਸਾਹਿਬ, ਉਸ ਜਗ੍ਹਾ ਦੇ ਉੱਤੇ ਗੁਰਦੁਆਰਾ ਸਾਹਿਬ ਮੈਂ ਲਿਜਾ ਕੇ ਉਹਨਾਂ ਨੂੰ ਉੱਥੇ ਛੱਡ ਦਿੱਤਾ। ਮੈਂ ਕਿਹਾ ਵੀ ਇੱਥੇ ਇਸ਼ਨਾਨ ਕਰੋ, ਇਸ਼ਨਾਨ ਕਰਕੇ ਜਿਹੜਾ ਜੋਤ ਵਗ ਰਹੀ ਆ, ਜੋਤ ਚੱਲ ਰਹੀ ਆ, ਇਹ ਜੋਤ ਦਾ ਘਿਓ ਲਾ ਕੇ ਹੱਥ ਦੇ ਨਾਲ ਆਪਣੇ ਪੇਟ ਦੇ ਉੱਤੇ ਮਲ ਲਾਓ। ਮਾਈ ਨੂੰ ਕਿਹਾ ਤੇ ਉਸ ਦੀ ਅਰਦਾਸ ਕੀਤੀ ਤੇ ਸਵੇਰੇ ਮੈਂ ਉਹਨਾਂ ਨੂੰ ਉੱਥੇ ਛੱਡ ਕੇ ਆ ਗਿਆ। ਰਾਤ ਨੂੰ ਮੈਂ ਕਿਹਾ ਰਾਤ ਨੂੰ ਇੱਥੇ ਰਹੋ ਤੇ ਸਵੇਰੇ ਸਾਜਰੇ ਉੱਠ ਕੇ ਇਸ਼ਨਾਨ ਕਰਕੇ ਇਸੇ ਤਰ੍ਹਾਂ ਜੋਤ ਦਾ ਘਿਓ ਲਾ ਕੇ ਤੇ ਤੁਸੀਂ ਇੱਥੇ ਗੁਰਬਾਣੀ ਸੁਣੋ ਤੇ ਫਿਰ ਮੈਂ ਦਿਨ ਚੜ੍ਹਦੇ ਨੂੰ ਆ ਜਾਊ। ਉਦੋਂ ਮੈਂ ਸ਼ੇਰ ਮਾਜਰੇ ਰਹਿੰਦਾ ਸੀ। 3 ਸਾਲ ਦੀ ਗੱਲ ਆ, 2019 ਦੀ ਗੱਲ ਆ, 2019 ਦੀ ਗੱਲ ਹੈ ਇਹ। ਤੇ ਮੈਂ ਦਿਨ ਚੜ੍ਹਦੇ ਨੂੰ ਜਦੋਂ ਗਿਆ ਉੱਥੇ ਦੇਖ ਕਰਾ ਕੇ ਅਰਦਾਸ ਕੀਤੀ। ਮੈਂ ਕਿਹਾ ਚਲੋ ਰਜਿੰਦਰਾ ਹਸਪੀਟਲ ਦੇ ਵਿੱਚ ਉੱਥੇ ਚੈੱਕਅਪ ਕਰਾਉਂਦੇ ਆ, ਉੱਥੇ ਰਿਪੋਰਟ ਦਾ ਪਤਾ ਲੱਗੂ। ਤਾਂ ਗੁਰਮੁਖ ਪਿਆਰੇ, ਜਦੋਂ ਉੱਥੇ ਦਿਨ ਚੜ੍ਹਦੇ ਨੂੰ ਅਸੀਂ ਰਜਿੰਦਰਾ ਹਸਪੀਟਲ ਦੇ ਵਿੱਚ ਗਏ, ਉਹਨਾਂ ਨੇ ਰਿਪੋਰਟ ਕੀਤੀ ਤੇ ਸ਼ਾਮ ਨੂੰ 4 ਵਜੇ ਰਿਪੋਰਟ ਮਿਲੀ। ਰਿਪੋਰਟ ਦੇ ਵਿੱਚ ਡਾਕਟਰਾਂ ਦੀ ਰਿਪੋਰਟ ਨੇ, ਰਜਿੰਦਰਾ ਦੀ ਰਿਪੋਰਟ ਨੇ ਦੱਸਿਆ, ਕਹਿੰਦੇ ਬੱਚੇਦਾਨੀ ਦੇ ਵਿੱਚ ਰਸੌਲੀਆਂ ਨੇ। ਆਖੋ ਸਤਨਾਮ। ਕਹਿੰਦੇ ਜੀ ਰਸੌਲੀਆਂ ਨੇ। ਰਿਪੋਰਟ ਲੈ ਕੇ ਮੈਂ ਫਿਰ ਉੱਥੇ ਆਪਣੇ ਮਰੇਕੋਟਲੇ ਉਸੇ ਮੈਡਮ ਦੇ ਕੋਲ ਗਿਆ। ਮੈਡਮ ਜੀ ਰਜਿੰਦਰਾ ਹਸਪੀਟਲ ਦੀ ਰਿਪੋਰਟ ਆ ਇਹ, ਦੇਖੋ ਕੀ ਕਹਿੰਦੀ ਆ। ਕਹਿੰਦੀ ਜੀ ਰਿਪੋਰਟ ਦੱਸਦੀ ਹੈ ਵੀ ਰਸੌਲੀਆਂ ਨੇ, ਪਰ ਰਿਪੋਰਟ ਅਸੀਂ ਨੇ ਵੀ 2 ਵਾਰੀ ਕਰੀ ਆ, ਉਹਦੇ ਵਿੱਚ ਕੈਂਸਰ ਦੀ ਸ਼ਿਕਾਇਤ ਆ, ਕੈਂਸਰ ਆਇਆ ਹੋਇਆ। ਇਹ ਸਾਡੀ ਰਿਪੋਰਟ ਕਿਵੇਂ ਝੂਠੀ ਹੋ ਸਕਦੀ ਆ? ਮੈਂ ਕਿਹਾ ਮੈਡਮ ਜੀ ਤੁਹਾਡੀ ਰਿਪੋਰਟ ਝੂਠੀ ਨਹੀਂ ਹੈ, ਰਿਪੋਰਟ ਤੁਹਾਡੀ ਵੀ ਸਹੀ ਆ ਤੇ ਰਿਪੋਰਟ ਇਹ ਵੀ ਸਹੀ ਹੈ, ਇਹ ਵੀ ਝੂਠੀ ਨਹੀਂ ਹੈ। ਕਹਿੰਦੀ ਇਸ ਤਰ੍ਹਾਂ ਕਿਵੇਂ ਹੋ ਸਕਦਾ? ਫਿਰ ਉਹਨੂੰ ਸਾਰੀ ਵਾਰਤਾ ਦੱਸੀ ਜਿਵੇਂ ਤੁਹਾਨੂੰ ਦੱਸੀ ਆ ਵਾਰਤਾ ਸਾਰੀ ਮੈਡਮ ਨੂੰ ਦੱਸੀ। ਮੈਂ ਕਿਹਾ ਸੱਚੇ ਸਾਹਿਬ ਦੇ ਘਰ ਸਭ ਕੁਝ ਹੈ। ਉਹ ਸਤਿਗੁਰ ਮੇਰਾ ਮਾਰਜ ਵਾਲੇ, ਉਹ ਮਰਿਆਂ ਨੂੰ ਜਿਉਂਦੇ ਵੀ ਕਰ ਦਿੰਦਾ। ਉਹ ਗੁਰਮੁਖ ਪਿਆਰਿਓ ਉਮਰਾਂ ਲੰਮੀਆਂ ਵੀ ਕਰ ਦਿੰਦਾ। ਉਹੀ ਲੇਖ ਲਿਖਣ ਵਾਲਾ ਹੈ ਤੇ ਉਹੀ ਲੇਖ ਮਿਟਾਉਣ ਵਾਲਾ ਹੈ। ਉਹੀ ਮਾਈ ਸੀ ਜਿਨ੍ਹਾਂ ਨੂੰ ਡਾਕਟਰਾਂ ਨੇ ਕਹਿ ਦਿੱਤਾ ਸੀ ਲੈ ਜਾਓ ਘਰੇ ਸੇਵਾ ਕਰ ਲਓ। ਅੱਜ ਤੁਹਾਨੂੰ ਉਹੀ ਮਾਈ ਨੂੰ ਮਿਲਾ ਸਕਦੇ ਹੋ, ਦਿਖਾ ਸਕਦੇ ਹੋ ਸਾਹਮਣੇ। ਕੋਈ ਬਿਮਾਰੀ ਨਹੀਂ, ਕੋਈ ਠਮਾਰੀ ਨਹੀਂ, ਕੋਈ ਕੁਛ ਨਹੀਂ। ਖਾਂਦੀ ਪੀਂਦੀ ਆਪਣੇ ਪਰਿਵਾਰ ਬਾਲ ਬੱਚਿਆਂ 'ਚ, ਪੋਤੇ ਪੋਤੀਆਂ ਦੇ ਵਿੱਚ। ਇਸ ਕਰਕੇ ਸਤਿਗੁਰੂ ਬੜਾ ਸਮਰੱਥ ਹੈ। ਉਹ ਜੋ ਜੀ ਚਾਹੇ ਉਹ ਕਰ ਸਕਦਾ। ਤਾਂ ਗੁਰਮੁਖ ਪਿਆਰਿਓ, ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 5 ਸਾਲ ਦੀ ਉਮਰ
बड़िया बड़िया लाइनां लग जांदियां ने नमस्कार करने वास्ते। हुण माता दा पुत्र बड़ा दवाइयां खा के अक थक गए सी ते शिवदत्त पंडित ने दसना कीता, कहंदे तुसीं इस नूं सालसराय जौहरी दी धर्मशाला उत्थे गोबिंद राय गुरु तेग बहादुर महाराज जी दे पुत्र प्रतख अकाल पुरख वाहिगुरु परमेश्वर दा रूप ने, उन्हां दे कोल लै जाओ, उन्हां ने कृपा कर देनी। आखो सतनाम। माता ने अपने पुत्र दा मंजा चुकवा के दिन चढ़दे तो पहला पहला, जिवें हुण दिन चढ़न लगा, मंजा चुकवा के गुरमुख प्यारे जाके सालसराय जौहरी दी धर्मशाला दे अगे रख दिता, बूहे अगे रख दिता। बड़े ही लोगों का इकट्ठ है। हुण जदों महाराज जी दे आउण दा समां हो गया, सारे वेख रहे ने दरवाजे वाल भी, हुण भी आए, हुण भी आए, हुण भी आए। जदों गुरु गोबिंद सिंह महाराज जी आए ते सब ने रज रज के दर्शन कीते, निहाल 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 होए। इस माता ने बेनती की, सतगुरु मेरी गरीबनी ते कृपा करो। हाथ जोड़े हुए ने, अखां दे विच जाला भुब्बा मार मार के रोंदी है, सतगुरु आ मेरी भी गरीबनी ते कृपा करो। मेरे पुत्र नूं बड़ियां दवाइयां खवा के अक थक गईयां, बड़े वैद हकीमां कोल चली गईयां ते कितों भी इलाज नहीं होया। कृपा करो दीन के दाते, मेरा गुण अवगुण ना विचारो कोई। माटी काक्या तोपा स्वामी, मानस की गते ही कृपा करो। ता गुरमुख प्यारिओ, सतगुरु गुरु गोबिंद सिंह महाराज जी सहज सुभाए बोले, माता इनू कुछ नहीं होया, ये ठीक ठाक है, इनू अपने घर ले जा, ठीक है, कुछ नहीं होया। इन्ना बचन करके संगतां नूं दर्शन दिंदे होए दरिया दी सैर वास्ते चले गए। आखो सतनाम। इतिहास दे विच लिखिया होया, पूरे 15 दिनां बाद, पूरे 15 दिनां बाद माता दा पुत्र 9/9 हो गया। आखो सतनाम। उस दिन तो वो भी फिर इन्हां दे बच्चों की टोली दे विच शामिल हो गया। वो भी सतगुरु जी दे नाल मोह प्यार करन लग गया, उन्हां नाल खेडिया करे। इस करके भाई गुरु बड़ा समर्था, जो जी चाहे वो कर सकदा, वो समर्थ है। और रब दे प्यारे उन्होंने समर्थ समझते ने। समर्थ सिर, समर्थ गुरु सिर हथ धरियो, जिहदे सिर ते हथ धर देना जो मर्जी करवा सकता हो। उहदी रहमतां, उहदियां मेहरां ने बड़ियां बड़ियां कृपा कर दिंदा। जो गल्लां साडे चित्त चेते नहीं ना हुंदियां, वो भी गल्लां हो जांदियां ने। जो गल्लां चित्त चेते नहीं हुंदियां ना, वो भी हो जांदियां ने। इस करके भाई गुरु ते सरदा, गुरु ते भरोसा, गुरु ते विश्वास, गुरु दे नाल प्यार करो ते गुरु दा सत्कार करो। गुरु घर पहुंचा करो, सवेरे हाजरी भरिया करो। कई कहणगे बाबा जी की करिए, उठे नहीं जाता। गुरु घर की करिए, उठे नहीं जाता। एक बहाना, जे सवेरे नहीं आया जाता तो शाम नूं आ जा। शाम नूं नहीं आया, भाई की करिए बाबा जी काम कारे बड़े ले दस। फिर गुरु दे कोल कदों आएगा, कदों दर्शन करेगा। असी पता की गल है ना, असली गल तो यह आ, जिवें सियाणे कहंदे ने ना, जिथे सौदा ओरिजिनल मिलता ना, वो हुंदा भी महंगा। जिहड़ी कंपनी का सौदा हुंदा ना, वो हुंदा भी महंगा ते कीमत भी ज़्यादा हुंदी आ। जिथे देसी का सौदा होवे, उहदी कीमत भी घट हुंदी आ ते लोकी भज्जे भी उधर नूं जांदे ने। आखो सतनाम। अगला कहता तू 15 दी दिना, वो 10 दी दिंदा। बई चीज़ होई आ, पर ओरिजिनल ते डुप्लीकेट का फर्क होंदा है।
ਇਸੇ ਤਰ੍ਹਾਂ ਅਸੀਂ ਭਰਮਾਂ ਪਖੰਡਾਂ ਵਾਲਿਆਂ ਦੇ ਕੋਲਾਂ ਨੂੰ ਜ਼ਿਆਦਾ ਭੱਜਦੇ ਹਾਂ। ਜਿੱਥੇ ਅਸਲੀ ਗੁਰੂ ਬੈਠਾ ਹੈ, ਚਬਰਾ ਤਖਤਾਂ ਦੇ ਮਾਲਕ ਬੈਠੇ ਨੇ, ਗੁਰਤਾ ਗੱਦੀ ਤੇ ਬਿਰਾਜਮਾਨ ਪ੍ਰਤੱਖ ਸਤਿਗੁਰੂ ਹਾਜ਼ਰ ਨਾਜ਼ਰ ਬੈਠੇ ਨੇ, ਉਧਰ ਨੂੰ ਅਸੀਂ ਘੱਟ ਆਉਂਦੇ ਹਾਂ। ਮੜੀਆਂ ਮਸੀਤਾਂ, ਟੂਣਿਆਂ ਟਾਮਣਾ ਹੋ ਰਹਿਰਾ ਵਗੈਰਾ, ਇੱਧਰ ਨੂੰ ਗੁਰਮੁਖ ਪਿਆਰੇ ਲੋਕੀ ਬਹੁਤਾ ਭੱਜਦੇ ਨੇ। ਆਖੋ ਸਤਨਾਮ। ਉਹ ਆਪਣਾ ਸਮਾਂ ਹੀ ਬਰਬਾਦ ਕਰਦੇ ਨੇ। ਮਹਾਰਾਜ ਜੀ ਤਾਂ ਕਹਿੰਦੇ, ਉਹ ਦੇਖੋ ਪੰਕਤੀ ਲਿਖੀ ਨੇ ਗੁਰਦੁਆਰਾ ਵਿੱਚ, ਜੋ ਪਾਥਰ ਕੋ ਕਹਿਤੇ ਦੇਵ ਤਿਨ ਕੀ ਵਿਰਥੀ ਸੇਵ। ਮਹਾਰਾਜ ਜੀ ਕਹਿੰਦੇ, ਜੋ ਪੱਥਰ ਕੀ ਪਾਈ ਪਾਏ ਤਿਸ ਕੀ ਅਕਾਲ ਅਜਾਈ ਜਾਏ। ਉਹੀ ਪੱਥਰਾਂ ਨੂੰ ਪੂਜਦੇ ਫਿਰਦੇ ਆ, ਉਹੀ ਸਮਾਧਾਂ ਨੂੰ ਪੂਜਦੇ ਫਿਰਦੇ ਆ। ਇੱਥੇ ਕੋਈ ਲੈਣ ਨਹੀਂ, ਕੋਈ ਦੇਣ ਨਹੀਂ, ਕੋਈ ਗੱਲ ਨਹੀਂ, ਬਾਤ ਨਹੀਂ। ਇਸ ਕਰਕੇ ਸਤਿਗੁਰੂ ਸਾਨੂੰ ਸਮਝਾਉਂਦੇ ਆ, ਸਤਿਗੁਰੂ ਸਾਨੂੰ ਗਿਆਨ ਦਿੰਦੇ ਆ। ਭਾਈ ਸਤਿਗੁਰੂ ਪ੍ਰਤੱਖ ਨੇ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨੰਦੇੜ ਦੀ ਧਰਤੀ ਤੇ ਗੁਰਤਾ ਗੱਦੀ 5 ਪੈਸੇ ਨਾਰੀਅਲ ਪਰਿਕਰਮਾ ਕਰਕੇ ਗੁਰਤਾ ਗੱਦੀ ਆਗਿਆ ਪਈ ਹੈ। ਕਾਲ ਕੀ ਤਵੀ ਚਲਾਇਓ ਪੰਥ। ਕਹਿੰਦੇ ਅਕਾਲ ਪੁਰਖ ਦੀ ਆਗਿਆ ਹੋਈ ਸੀ, ਉਹਨਾਂ ਦੀ ਆਗਿਆ ਨਾਲ ਪੰਥ ਚਲਾਇਆ। ਮਹਾਰਾਜ ਜੀ ਕਹਿੰਦੇ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਇਸ ਕਰਕੇ ਭਾਈ ਸਾਡਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰਕੇ, ਗੁਰਬਾਣੀ ਸੁਣ ਕੇ, ਸੇਵਾ ਸਿਮਰਨ ਕਰਕੇ ਆਪਣੇ ਮਨੁੱਖਾ ਜਨਮ ਨੂੰ ਸਫਲਾ ਬਣਾਉਣ ਦਾ ਯਤਨ ਕਰਿਆ ਕਰੋ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜੋ ਸਤਿਗੁਰਾਂ ਜੀ ਦੇ ਸੁੰਦਰ ਮਾਲਾ ਸਾਹਿਬ ਪਹਿਨੇ ਹੋਏ ਨੇ, ਸਰਦਾਰ ਕੁਮਿੱਕਰ ਸਿੰਘ ਜੀ, ਸਰਦਾਰ ਕੁਮਿੱਕਰ ਸਿੰਘ ਜੀ ਇਹਨਾਂ ਪਰਿਵਾਰ ਵੱਲੋਂ ਅੱਜ ਸਤਿਗੁਰੂ ਜੀ ਦੇ ਜੋ ਵਸਤਰ ਪਹਿਨਾਏ ਗਏ ਨੇ। ਔਰ ਦੇਗ ਦੀ ਸੇਵਾ ਤੇਜਵੀਰ ਸਿੰਘ ਸੰਧੂ, ਤੇਜਵੀਰ ਸਿੰਘ ਸੰਧੂ ਇਹਨਾਂ ਪਰਿਵਾਰ ਵੱਲੋਂ ਦੇਗ ਦੀ ਸੇਵਾ। ਆਓ ਸ਼ਲੋਕ ਦੇ ਵਿੱਚ ਬੋਲ ਕੇ ਆਪਣੀ ਰਸਨਾ ਨੂੰ ਕਰੀਏ ਪਵਿੱਤਰ ਅਰਦਾਸ। ਹੁਕਮਨਾਮਾ ਸਾਹਿਬ ਕੜਾ ਪ੍ਰਸਾਦੀਆਂ ਦੇ ਗੱਲ ਲੈ ਕਰਕੇ ਫਿਰ ਆਪੋ ਆਪਣੇ ਘਰੋਂ ਵਿਹਾਰ ਕਰਨੇ ਨੇ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸੋ 13 ਤਰੀਕ ਨੂੰ ਸ੍ਰੀ ਅਖੰਡ ਪਾਠ ਸਾਹਿਬ ਸਾਰੇ ਨਗਰ ਦੀ ਸੁਖ ਸ਼ਾਂਤੀ ਵਾਸਤੇ, ਚੜ੍ਹਦੀ ਕਲਾ ਵਾਸਤੇ ਪ੍ਰਾਰੰਭ ਹੋਣੇ ਨੇ। ਜਿਸ ਤਰ੍ਹਾਂ ਪਿਛਲੇ ਮਹੀਨੇ ਸਮਾਗਮ ਹੋਇਆ ਸੀ, ਉਸੇ ਤਰ੍ਹਾਂ ਧੂਮਾਂ ਧਾਮੀ ਦੇ ਨਾਲ ਇਹ ਸਮਾਗਮ ਹੋਣਾ। 13 ਤਰੀਕ ਨੂੰ ਅਖੰਡ ਪਾਠ ਸਾਹਿਬ ਆਰੰਭ ਤੇ 15 ਤਰੀਕ ਨੂੰ ਦਸਵੀਂ ਦਾ ਜੋ ਭੋਗ ਹੈ ਉਹ ਭੋਗ ਪੈਣੇ ਨੇ। ਮਾਇਆ ਦੀ ਜ਼ਰੂਰ ਵੱਧ ਤੋਂ ਵੱਧ ਕਿਰਪਾ ਕਰ ਦਿਓ, ਕਿਉਂਕਿ ਸੰਗਤਾਂ ਦਾ ਇਕੱਠ ਬੜਾ ਹੁੰਦਾ। ਹੋ ਸਕਦਾ ਹੈ ਕਿ ਬਾਹਰੋਂ ਵੀ ਸੰਗਤਾਂ ਆਵਣ, ਲਵੇ ਲਾਉਣੇ ਇਲਾਕਿਆਂ ਦੇ ਵਿੱਚੋਂ ਵੀ ਸੰਗਤਾਂ ਆਵਣ। ਇਸ ਕਰਕੇ ਜ਼ਰੂਰ ਤੁਸੀਂ ਨੇ ਮਾਇਆ ਦੀ ਵੱਧ ਤੋਂ ਵੱਧ ਜਿੰਨੀ ਕੁ ਹੋ ਸਕਦੀ ਹੈ ਭਾਈ, ਵੱਧ ਤੋਂ ਵੱਧ ਦਾਨ ਕਰੋਗੇ, ਉੱਡਾ ਤੁਹਾਡਾ ਦਿੱਤਾ ਹੋਇਆ ਦਾਨ ਵਧੇ ਫੁੱਲੇਗਾ। ਇਸ ਕਰਕੇ ਅਰਦਾਸ ਕਰਿਆ ਕਰੋ ਵੀ ਡਾਕਟਰਾਂ ਤੋਂ ਬਚਾ ਲਈ ਸੱਚਿਆ ਪਾਤਸ਼ਾਹ। ਜਿਹੜੀ ਮਾਇਆ ਹੈ ਆ ਤੁਹਾਡੇ ਲੇਖੇ ਲਾ ਦਿਆ ਕਰਾਂਗੇ ਅਸੀਂ ਤਾਂ। ਆ ਦਵਾਈਆਂ ਬੂਟੀਆਂ ਤੋਂ ਬਚਾ ਲਈ, ਸਰੀਰ ਸਾਡਾ ਤੰਦਰੁਸਤ ਰਹੇ ਤੇ ਅਸੀਂ ਤਾਂ ਸੇਵਾ ਦੇ ਵਿੱਚ ਹੀ ਲਾ ਦਿਆ ਕਰਾਂਗੇ। ਇਸ ਤਰ੍ਹਾਂ ਅਰਦਾਸ ਕਰਿਆ ਕਰੋ, ਮਨ ਦੇ ਵਿੱਚ ਸ਼ਰਧਾ ਭਾਵਨਾ ਰੱਖਿਆ ਕਰੋ। ਲੋਕ ਸੁਖੀਏ ਪਰਲੋਕ ਸਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਮਾਤਾ ਤਰਤ ਮਹਤ, ਦਿਵਸ ਰਾਤ ਦੋ ਦਾਈ ਦਾਇਆ, ਖੇਲੇ ਸਗਲ ਜਗਤ, ਚੰਗਿਆਈਆਂ ਬੁਰਿਆਈਆਂ, ਬਾਚੈ ਧਰਮ ਹੈ ਦੂਰ, ਕਰਮੀ ਆਪੋ ਆਪਣੇ, ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁਟੀ ਨਾਲ, ਜਿਨੀ ਨਾਮ ਤੇ ਆਇਆ,
ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ, ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।